ਜਿਹੜਾ ਹੈ ਜੰਗ ਦਾ ਮੈਦਾਨ ਰਚ ਕੇ ਬੈਠ ਗਏ। ਹੁਣ ਜਿਹੜੇ ਵਿਆਹੁਣ ਵਾਸਤੇ ਆਏ ਸੀਗੇ ਰਾਜਾ ਭੀਮ ਚੰਦ ਦੇ ਮੁੰਡੇ ਦੇ ਨਾਲ ਬਰਾਤੀ ਬਣ ਕੇ, ਜਦ ਵਾਪਸ ਉਹਨਾਂ ਦੇ ਘਰੇ ਵੀ ਖਬਰਾਂ ਪਹੁੰਚੀਆਂ ਕਿ ਤੁਹਾਡੇ ਜਿਹੜੇ ਬਰਾਤੀ ਬਣ ਕੇ ਗਏ ਸੀ ਉਹ ਤਾਂ ਪਰਮੇਸ਼ਰ ਨੇ, ਸਤਿਗੁਰੂ ਗੋਬਿੰਦ ਸਿੰਘ ਜੀ ਨੇ ਨਰਕਾਂ ਨੂੰ ਤੋੜ ਦਿੱਤੇ ਹਨ, ਮੌਤ ਦੇ ਲਾੜੇ ਬਣ ਕੇ ਉਧਰ ਚਲੇ ਗਏ ਹਨ। ਇਸ ਤਰ੍ਹਾਂ ਬਹੁਤ ਸਾਰੇ ਲੋਕਾਂ ਦੇ ਘਰਾਂ ਵਿੱਚ, ਪਹਾੜੀ ਇਲਾਕੇ ਵਿੱਚ, ਬਾਈ ਧਾਰ ਦੇ ਇਲਾਕੇ ਵਿੱਚ ਰੋਣਾ ਪਿੱਟਣਾ ਪੈ ਗਿਆ ਜੀ। ਸਭ ਧਾਮ ਧਾਮਨ ਮਾਹੇ, ਤ੍ਰੀਏ ਬ੍ਰਿੰਦ ਹੋਏ ਬਿਲ ਪਾਹੇ। ਸਾਰੇ ਆਹੀ ਘਰਾਂ ਦੇ ਵਿੱਚ ਬੁੜੀਆਂ ਇਕੱਠੀਆਂ ਹੋ ਕੇ ਬਿਰਲਾਪ ਕਰਦੀਆਂ ਸਨ। ਏਮ ਸ੍ਰੀ ਗੁਰੂ ਰਣਜੀਤ, ਬੱਜ ਧੁੰਦ ਭੈ ਰਣਜੀਤ। ਇਉਂ ਗੁਰੂ ਗੋਬਿੰਦ ਸਿੰਘ ਜੀ ਜੰਗ ਦੇ ਮੈਦਾਨ ਨੂੰ ਜਿੱਤ ਕੇ ਤੇ ਰਣਜੀਤ ਨਗਾਰਾ ਵਜਾਉਂਦੇ ਹੋਏ ਜੁਗ ਭਰਾਤ ਲੋਥੇ ਉਠਾਏ, ਪੁਰ ਪਾਵਟੇ ਪਹੁੰਚਾਏ। ਔਰ ਜੀਤਮਲ ਤੇ ਸੰਗੋ ਸ਼ਾਹ ਦੇ ਸਰੀਰਾਂ ਨੂੰ ਪੌਂਟਾ ਸਾਹਿਬ ਲੈ ਆਂਦਾ ਹੈ ਜੀ। ਸੰਸਕਾਰ ਕੀਨ ਬਣਾਏ, ਸੁਰ ਲੋਕ ਬਾਸਾ ਪਾਏ। ਇਉਂ ਇਹਨਾਂ ਦਾ ਸੰਸਕਾਰ ਕਰ ਦਿੱਤਾ ਹੈ। ਭਟ ਘਾਇ ਲੰਗ ਰਣ ਥਾਨ, ਉਚਵਾਏ ਕੈ ਪੁਰਿਆਨ। ਜਿਹੜੇ ਸਿਪਾਹੀ ਜ਼ਖਮੀ ਹੋਏ ਹਨ ਉਹਨਾਂ ਨੂੰ ਵੀ ਲਿਆਂਦਾ ਚੱਕ ਕੇ। ਹੜ ਬੋਲ ਤੇ ਜਿਸ ਠੌਰ, ਮਿਲ ਪਾਏ ਜੰਬੁਕ ਡਰੌਰ। ਜਿੱਥੇ ਮਸਾਣਾ ਦੇ ਵਿੱਚ ਗੁਰੂ ਪਿਆਰਿਓ ਹੜ ਕਰਕੇ ਬੋਲਦੇ ਸਨ ਗਿੱਦੜ, ਗਿਰਜਾਂ, ਕਾਂ ਆਦਿ ਜਾਨਵਰ ਲੋਥਾਂ ਨੂੰ ਖਾ ਰਹੇ ਹਨ, ਬੜਾ ਰੌਲਾ ਪੈ ਰਿਹਾ ਹੈ ਜੀ। ਔਰ ਭੀਖ ਨਾ ਹੋਏ ਸਾਂਝ, ਬਹੁ ਲੋਥ ਹੈ ਰਣ ਮਾਝ। ਤੇ ਉਹ ਜੰਗ ਦਾ ਮੈਦਾਨ ਜਿਹੜਾ ਹੈ ਭੀਖਣ ਭਿਆਨਕ ਹੋ ਗਿਆ ਹੈ। ਸ਼ਾਮਾਂ ਪੈ ਗਈਆਂ ਔਰ ਬਹੁਤ ਸਾਰੇ ਜਾਨਵਰ ਉਹਨਾਂ ਲੋਥਾਂ ਨੂੰ ਖਾਣ ਲੱਗੇ। ਜਿਹੜੀਆਂ ਪਹਾੜੀਆਂ ਦੀਆਂ, ਪਠਾਨਾਂ ਦੀਆਂ ਲੋਥਾਂ ਉੱਥੇ ਰਹਿ ਗਈਆਂ, ਕੋਈ ਚੱਕ ਕੇ ਨਹੀਂ ਲੱਗਿਆ। ਤਰਫੰਤ ਘਾਇਲ ਕੋਏ, ਰਿਪ ਭਾਜੈਗੇ ਡਰ ਸੋਏ। ਉਹਨਾਂ ਮੁਰਦਿਆਂ ਵਿੱਚ ਬਹੁਤ ਸਾਰੇ ਸਹਿਕਦੇ ਵੀ ਸਨ, ਤੜਫਦੇ ਵੀ ਸਨ, ਪਰ ਦੁਸ਼ਮਣ ਉਹਨਾਂ ਨੂੰ ਛੱਡ ਕੇ ਭੱਜ ਗਿਆ। ਉਚਵਾਏ ਕਾਹੋ ਨ ਲੀਨ, ਤੈਹ ਤਰਾਸ ਤੇ ਬਨ ਦੀਨ। ਇਉਂ ਫਤਿਹ ਸ਼ਾਹ ਡਰਦਾ ਹੀ ਭੱਜ ਗਿਆ, ਆਪਣੇ ਸਹਿਕਦੇ ਸਿਪਾਹੀਆਂ ਨੂੰ ਵੀ ਚੱਕ ਕੇ ਨਹੀਂ ਲੱਗਿਆ। ਦੁੱਖ ਪਾਏ ਭੇ ਮ੍ਰਿਤ ਸੋਏ, ਜਿਨ ਕਾ ਉਠਾਏ ਨਾ ਕੋਈ। ਅਖੀਰ ਉਹਨਾਂ ਨੂੰ ਕਿਹਨੇ ਸੰਭਾਲਣਾ ਸੀ। 12 ਘੰਟਿਆਂ ਦੇ ਉੱਤੋਂ ਰਾਤ ਟੱਪ ਗਈ, ਦਿਨ ਚੜ੍ਹਦੇ ਤੱਕ ਉਹ ਵੀ ਮਰ ਗਏ। ਤਬ ਸ੍ਰੀ ਗੁਰੂ ਹਟ ਆਏ, ਜਾਏ ਜੈ ਲਹਿ ਮਹਾ ਅਰਪ ਕਾਏ। ਇਉਂ ਦੁਸ਼ਮਣ ਤੇ ਜਿੱਤ ਪ੍ਰਾਪਤ ਕਰਕੇ, ਦੁਸ਼ਮਣ ਦੇ ਸੂਰਮਿਆਂ ਜਰਨੈਲਾਂ ਦਾ ਨਾਸ਼ ਕਰਕੇ ਪ੍ਰੀਤਮ ਜੀ ਵਾਪਸ ਪੌਂਟਾ ਸਾਹਿਬ ਵੱਲ ਆਏ ਹਨ। ਜਾਏ ਕੋ ਰਣ ਸੁਨਾਏ ਬਖਾਨ, ਹਰ ਖਾਏ ਵੀਰ ਮਹਾਨ। ਔਰ ਹੁਣ ਪੌਂਟਾ ਸਾਹਿਬ ਦੇ ਵਿੱਚ ਜਿੱਤ ਦੀਆਂ ਖੁਸ਼ੀਆਂ ਮਨਾਈਆਂ ਜਾਣ ਲੱਗੀਆਂ। ਰਣ ਬਾਤ ਭਾਖਤ ਬ੍ਰਿੰਦ, ਗਿਰਨਾਥ ਤਰਾਸ ਮਿਲਨ ਬਿਲੰਦ। ਇਹੋ ਜੰਗ ਦੇ ਮੈਦਾਨ ਦੀਆਂ ਗੱਲਾਂ ਵੀ ਇੱਕ ਦੂਜੇ ਨਾਲ ਕਰਦੇ ਹਨ। ਕਿਵੇਂ ਪਹਾੜੀਏ ਪਠਾਨ ਇਕੱਠੇ ਹੋ ਕੇ ਆਏ ਸੀ ਤੇ ਭੱਜ ਗਏ। ਚੱਲ ਮੰਦ ਮੰਦ ਹੈ ਆਈ, ਮਿਲ ਪੁੰਜ ਦੇਤ ਵਧਾਈ। ਇਹੋ ਸਾਰੀ ਫੌਜ ਸਤਿਗੁਰਾਂ ਦੇ ਨਾਲ ਹੌਲੀ ਹੌਲੀ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਪੌਂਟਾ ਸਾਹਿਬ ਪਹੁੰਚ ਗਏ ਜੀ। ਇਸ ਬੀਤ ਗਈ ਘਟ ਚਾਰ, ਉਤਰੇ ਗੁਰੂ ਨਿਜ ਦਵਾਰ। 4 ਘੜੀਆਂ ਰਾਤ ਬਤੀਤ ਹੋ ਗਈ ਸੀ, ਭਾਵ ਰਾਤ ਨੂੰ ਗੁਰੂ ਸਾਹਿਬ ਪੌਂਟਾ ਸਾਹਿਬ ਆ ਕੇ ਆਪਣੇ ਸਥਾਨਾਂ ਤੇ ਉਤਰੇ। ਸਭ ਸ਼ਸਤਰ ਵਸਤਰ ਉਤਾਰ, ਇਸ਼ਨਾਨ ਆਦਿਕ ਧਾਰ। ਇਉਂ ਸਰੀਰ ਤੋਂ ਸ਼ਸਤਰ ਵਸਤਰ ਲਾ ਕੇ ਇਸ਼ਨਾਨ ਕੀਤਾ ਹੈ। ਚਿਤਵੰਤ ਸੰਗੋ ਸ਼ਾਹ, ਅਰ ਜੀਤ ਮਲ ਸੁਬਾਹ। ਇਸ ਤਰ੍ਹਾਂ ਜੀਤ ਮਲ ਅਤੇ ਸੰਗੋ ਸ਼ਾਹ ਸ਼ੂਰਮਿਆਂ ਨੂੰ ਯਾਦ ਕਰਦੇ ਹਨ। ਸਭ ਆਪ ਆਪਨ ਡੇਰ, ਉਤਰੇ ਆਨੰਦ ਬਡੇਰ। ਔਰ ਜਿੱਥੇ ਜਿੱਥੇ ਇਹਨਾਂ ਯੋਧਿਆਂ ਦਾ ਉਤਾਰਾ ਕੀਤਾ ਹੋਇਆ ਸੀ, ਪਹਿਲਾਂ ਹੀ ਰਹਿੰਦੇ ਸੀ ਪੌਂਟਾ ਸਾਹਿਬ ਦੇ ਵਿੱਚ, ਇਉਂ ਫੌਜਾਂ ਆਪੋ ਆਪਣੇ ਤੰਬੂਆਂ ਡੇਰਿਆਂ ਵਿੱਚ ਚਲੀਆਂ ਗਈਆਂ ਜੀ। ਰਣ ਗਾਥ ਥਾਨਹਿ ਥਾਨ, ਮਿਲ ਵੀਰ ਬ੍ਰਿੰਦ ਬਖਾਨ। ਇਉਂ ਯੋਧੇ ਲੋਕ, ਸੂਰਮੇ ਲੋਕ ਆਪਸ ਵਿੱਚ ਥਾਂ ਥਾਂ ਤੇ ਬੈਠੇ ਖੜੇ ਇਹ ਜੰਗ ਦੀਆਂ ਗੱਲਾਂ ਕਰਦੇ ਹਨ। ਰਣ ਭੀਰ ਤਿਆਗ ਪਰਾਏ, ਜਿਨ ਸੂਰ ਕੀਨ ਸਨਾਪ ਘਾਏ। ਇਸ ਤਰ੍ਹਾਂ ਜੰਗ ਦੇ ਮੈਦਾਨ ਨੂੰ ਜਿਹੜੇ ਕਾਇਰ ਸਨ ਉਹ ਛੱਡ ਕੇ ਭੱਜ ਗਏ, ਜਿਹੜੇ ਅੜ ਗਏ ਉਹ ਖਤਮ ਹੋ ਗਏ। ਸਭ ਕੀ ਕਹੈ ਕਰਤੂਤ, ਗੁਰ ਕਉ ਮਹਾ ਜਸ ਪੂਤ। ਇਹੋ ਸਾਰਿਆਂ ਦੀਆਂ ਹੀ ਗੱਲਾਂ ਹੁੰਦੀਆਂ, ਭੱਜਣ ਵਾਲੇ ਕਾਇਰਾਂ ਦੀਆਂ ਵੀ
ਤੇ ਲੜਨ ਵਾਲਿਆਂ ਦੀਆਂ ਵੀ। ਨਿਸ ਮੈਂ ਟਿਕੇ ਸਭ ਵੀਰ ਸੁਪਤੇ ਜਥਾ ਸੁਖ ਤੀਰ। ਇਉਂ ਰਾਤ ਪੈ ਗਈ ਹੈ, ਸਾਰੇ ਆਰਾਮ ਕਰਨ ਲੱਗੇ ਜੀ। ਅਨੁਸਾਰ ਜਾਨ ਮਹਾਨ ਗੁਰਬਾਨ ਕਉ ਕਰ ਗਾਨ। ਤਾਂ ਅੰਮ੍ਰਿਤ ਵੇਲਾ ਹੋਇਆ ਤੇ ਗੁਰਬਾਣੀ ਦਾ ਕੀਰਤਨ ਹੋਇਆ, ਆਸਾ ਕੀ ਵਾਰ ਲੱਗੀ ਹੈ। ਮੁਖ ਪਾਠ ਕੇਤਕ ਕੀਨ ਕਰ ਪ੍ਰੇਮ ਜਿਉ ਜਲ ਮੀਨ। ਕੋਈ ਗੁਰਬਾਣੀ ਦੇ ਨਾਲ ਪ੍ਰਿਆਮ ਕਰਨ ਲੱਗਿਆ ਹੈ, ਬਾਣੀ ਪੜਦਾ ਜਿਵੇਂ ਮੱਛੀ ਪਾਣੀ ਨੂੰ ਪਿਆਰ ਕਰਦੀ ਹੈ। ਕਰ ਸੌਚ ਮੱਜਨ ਨੀਰ ਗੁਰ ਬੈਠ ਗੇ ਬਰ ਬੀਰ। ਗੁਰੂ ਸਾਹਿਬ ਜੀ ਨੇ ਵੀ ਉੱਠੇ ਇਸ਼ਨਾਨ ਕੀਤਾ ਹੈ ਤੇ ਨਿਜ ਸਰੂਪ ਨਾਲ ਜੁੜ ਗਏ ਜੀ। ਭਟ ਬਰਿੰਦ ਆਯੁਧ ਉਤਾਰ ਸਭ ਕੀਨ ਆਨੰਦਦਾਰ। ਫਿਰ ਦਿਨ ਚੜ੍ਹਿਆ, ਸਤਿਗੁਰਾਂ ਦਾ ਦੀਵਾਨ ਸਜਿਆ, ਸਤਿਗੁਰੂ ਦੀਵਾਨ ਵਿੱਚ ਆ ਕੇ ਬਿਰਾਜਮਾਨ ਹੋਏ ਔਰ ਜੋਧੇ ਵੀ ਆਪਣੀ ਭਜਨ ਬੰਦਗੀ ਤੋਂ ਬਾਅਦ ਵਿਹਲੇ ਹੋ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਹਨ। ਲੱਗ ਗਾ ਦੀਵਾਨ ਮਹਾਨ ਵਿੱਚ ਸ਼ੋਭ ਤੇ ਸੁਖ ਦਾਨ। ਇਸ ਤਰ੍ਹਾਂ ਦੀਵਾਨ ਸਜ ਗਿਆ ਹੈ ਤੇ ਇਸ ਦੇ ਵਿੱਚ ਸੁਖ ਦਾਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਸ਼ੁਭਾਏਮਾਨ ਹਨ। ਅਕਲ ਛੰਦ ਤਬ ਆਇਓ ਬੁੱਧੂ ਸ਼ਾਹ ਜਿਹ ਸੰਗ ਸੁਭਟ ਗਨ ਆਹ। ਔਰ ਬੁੱਧੂ ਸ਼ਾਹ ਫਕੀਰ ਇਸ ਨੇ ਵੀ ਚੰਗਾ ਜੰਗ ਦੇ ਮੈਦਾਨ ਵਿੱਚ ਯੋਗਦਾਨ ਪਾਇਆ ਹੈ। ਬਚੇ ਹੋਏ ਯੋਧਿਆਂ ਨੂੰ ਨਾਲ ਲੈ ਕੇ ਬੁੱਧੂ ਸ਼ਾਹ ਵੀ ਮੱਥਾ ਟੇਕਣ ਆਇਆ ਜੀ। ਦਵੈ ਪੁੱਤਰ ਗਏ ਰਣ ਮਾਰੇ ਦੋਏ ਜੀਵਤ ਸੰਗ ਨਿਹਾਰੇ। ਇਹਨਾਂ ਦੇ ਦੋ ਪੁੱਤਰ ਸ਼ਹੀਦ ਹੋ ਗਏ ਹਨ ਜੰਗ ਦੇ ਮੈਦਾਨ ਵਿੱਚ, ਦੋ ਨਾਲ ਹਨ। ਸਭ ਸ਼ਸਤਰ ਅੰਗ ਮਹਿ ਲਾਏ ਹਿਤ ਦਰਸ਼ਨ ਮੋਦ ਵਧਾਏ। ਔਰ ਸਾਰੇ ਸ਼ਸਤਰ ਧਾਰੀ ਸ਼ਸਤਰ ਪਹਿਨ ਕੇ ਸਤਿਗੁਰਾਂ ਦੇ ਦਰਸ਼ਨ ਕਰਨ ਲੱਗੇ ਹਨ। ਜਬ ਚੱਲ ਕਰ ਆਇਓ ਨੇਰੇ ਗੁਰ ਉੱਚੇ ਕਹਿ ਤੇ ਸਵੇਰੇ। ਜਦੋਂ ਬੁੱਧੂ ਸ਼ਾਹ ਨੇ ਨੇੜੇ ਆ ਕੇ ਨਮਸਕਾਰ ਕੀਤੀ ਹੈ ਤੇ ਸਤਿਗੁਰਾਂ ਨੇ ਉੱਚੇ ਸਤਿਕਾਰ ਸਹਿਤ ਆਵਾਜ਼ ਮਾਰੀ ਹੈ। ਟਿਗ ਆਵੋ ਬੁੱਧੂ ਸ਼ਾਹ ਤੁਮ ਪੀਰ ਸਾਚ ਕੇ ਆਹਾ। ਆਵਾਜ਼ ਮਾਰੀ, ਆਓ ਆਓ ਬੁੱਧੂ ਸ਼ਾਹ ਜੀ ਮੇਰੇ ਕੋਲ ਆ ਜਾਓ, ਤੁਸੀਂ ਸੱਚ ਦੇ ਪੀਰ ਹੋ, ਭਾਵ ਸੱਚ ਤੇ ਪਹਿਰਾ ਦਿੱਤਾ ਹੈ। ਪਠਾਨਾਂ ਦੀ ਨਿਆਈ, ਪਠਾਨ ਤਾਂ ਭੱਜ ਗਏ ਸਨ ਪਰ ਤੁਸੀਂ ਉਸ ਆਪਣੀ ਮਾਨ ਤਾਨ ਨੂੰ ਅਣਖ ਨੂੰ ਰੱਖਦਿਆਂ ਹੋਇਆਂ ਸੱਚ ਦੇ ਉੱਤੇ ਖੜ ਕੇ ਸੱਚ ਦੇ ਨਾਲ ਖੜੇ ਹੋ। ਸਭ ਸੁਣਤਿਓ ਆਏ ਨਜੀਕਾ ਕਰ ਜੋਰਤ ਸਿਰ ਜਿਸ ਔਰਨੀਕਾ। ਔਰ ਸਾਰਿਆਂ ਦੇ ਵੇਖਦੇ ਪੀਰ ਬੁੱਧੂ ਸ਼ਾਹ ਸਤਿਗੁਰਾਂ ਦੇ ਨੇੜੇ ਆ ਕੇ ਨਮਸਕਾਰ ਕਰਦਾ ਹੈ। ਚੁਕ ਕੀਨਸ ਤਵੈ ਸਲਾਮੂ ਪੁਨ ਕਰਿਓ ਮੁਰੀਦ ਤਮਾਮੂ। ਪਹਿਲਾਂ ਪੀਰ ਬੁੱਧੂ ਸ਼ਾਹ ਨੇ ਨਮਸਕਾਰ ਕੀਤੀ ਹੈ, ਫਿਰ ਪੀਰਾਂ ਨੇ ਕੀਤੀ ਹੈ, ਉਹਦੇ ਸਾਥੀਆਂ ਨੇ ਕੀਤੀ ਹੈ। ਸੁਨ ਕਲਗੀ ਧਰ ਕੇ ਬੈਨਾ ਕਰ ਜੋਰੇ ਸਮੁਖ ਨੈਣਾ। ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਪੀਰ ਬੁੱਧੂ ਸ਼ਾਹ ਹੱਥ ਬੰਨ ਕੇ ਖੜਾ ਹੈ ਜੀ। ਮੁਖ ਬੋਲਿਓ ਅਰਜ ਗੁਜਾਰੀ ਮੋਹ ਸ਼ੋਕ ਨ ਹਿਰਦੈ ਮਝਾਰੀ। ਬਾਦਸ਼ਾਹ ਜੀ ਨੇ ਥੋੜਾ ਸ਼ੌਕ ਦੱਸਿਆ ਵੀ ਤੁਹਾਡੇ ਦੋ ਪੁੱਤਰ ਜੰਗ ਦੇ ਕੰਮ ਆ ਗਏ, ਸ਼ਹੀਦ ਹੋ ਗਏ। ਕਹਿੰਦੇ ਕੋਈ ਗੱਲ ਨਹੀਂ ਮਹਾਰਾਜ, ਕਾਹਦਾ ਸ਼ੌਕ ਹੈ, ਸੱਚ ਦੇ ਪਹਿਰਾ ਦਿੰਦੇ ਸ਼ਹੀਦ ਹੋਏ ਨਾ। ਸੋ ਕਾਰਨ ਸੁਨਹੁ ਗਸਾਈ ਸਿਰ ਮਰਨੋ ਸਭ ਬਨ ਆਈ। ਇਹ ਮੌਤ ਤਾਂ ਇੱਕ ਦਿਨ ਸਾਰਿਆਂ ਦੇ ਸਿਰ ਤੇ ਆਉਣੀ ਆ। ਮਮ ਪੁੱਤਰ ਮਰੇ ਸ਼ੁਭ ਥਾਨਾ ਇੱਕ ਤਉ ਰਣ ਖੇਤ ਮਹਾਨਾ। ਔਰ ਮੇਰੇ ਪੁੱਤਰ ਕਿਤਨੇ ਚੰਗੇ ਥਾਂ ਤੇ ਮਰੇ ਹਨ। ਇੱਕ ਤਾਂ ਜੰਗ ਦਾ ਮੈਦਾਨ ਸੀ। ਪੁਨ ਕਾਰਜ ਤੁਮਰੇ ਆਏ ਇਵ ਕਰ ਵੈ ਪਿਸਤ ਸਿਧਾਏ। ਫਿਰ ਸੱਚ ਦੇ ਕੰਮ ਆਏ, ਤੁਹਾਡੇ ਕੰਮ ਆਏ ਮਹਾਰਾਜ। ਮੇਰੇ ਪੁੱਤਰਾਂ ਦੀ ਮੌਤ ਤਾਂ ਬਹੁਤ ਵਧੀਆ ਹੋਈ ਹੈ। ਇਸ ਢੰਗ ਨਾਲ ਉਹ ਤਾਂ ਪਿਸ਼ਤ ਨੂੰ ਚਲੇ ਗਏ, ਸਵਰਗਾਂ ਨੂੰ ਚਲੇ ਗਏ ਹਨ। ਤਾਏ ਭੋਗ ਹੈ ਆਨੰਦ ਵਿਸਾਲਾ ਤੁਮ ਕਰਨਾ ਕਰਹੁ ਕਿਰਪਾਲਾ। ਮਹਾਰਾਜ ਉੱਥੇ ਜਾ ਕੇ ਉਹ ਆਨੰਦ ਮਾਣਨ, ਉਹਨਾਂ ਤੇ ਕਿਰਪਾ ਰੱਖੋ। ਇਹ ਜਾਣਿਓ ਲਾਭ ਵਡੇਰਾ ਨਹਿ ਸ਼ੋਕ ਕਰੈ ਮਨ ਮੇਰਾ। ਮੈਨੂੰ ਇਸ ਗੱਲ ਦਾ ਲਾਭ ਹੈ, ਕਬੀਰ ਸਾਹਿਬ ਜੀ ਦਾ ਬਚਨ ਹੈ, ਕਬੀਰ ਮੋਹੇ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੇ ਦੁਆਰ, ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰੇ ਬਾਰ। ਕਹਿਣ ਲੱਗੇ ਘੱਟੋ ਘੱਟ ਹਰੀ ਦੀ ਨਿਗਾਹ ਹੀ ਪੈ ਜਾਣੀ ਹੈ, ਪੁੱਛ ਹੀ ਲੈਣਾ ਹਰੀ ਨੇ ਵੀ ਆਹ ਕੌਣ ਮਰਿਆ ਪਿਆ, ਉਹਦੀ ਕਿਰਪਾ ਦ੍ਰਿਸ਼ਟੀ ਪੈ ਗਈ ਤੇ ਮੇਰਾ ਉਧਾਰ ਹੋ ਜਾਣਾ ਹੈ। ਇਸ ਕਰਕੇ ਮੇਰੇ ਪੁੱਤਰ ਹਰੀ ਦੇ ਦਰ ਤੇ ਤੁਹਾਡੇ ਚਰਨਾਂ ਵਿੱਚ ਤੁਹਾਡੇ ਵੇਖਦਿਆਂ ਸ਼ਹੀਦੀਆਂ ਪਾਏ ਨੂੰ ਮੈਨੂੰ ਕੋਈ ਸ਼ੌਕ ਨਹੀਂ ਹੈ। ਸੁਨ ਸ੍ਰੀ ਪ੍ਰਭ ਬਹੁਰ ਬਖਾਨਿਓ ਹੈ ਨਿਸ਼ਚੇ ਨਿਸ਼ਚੇ ਜਿਸ ਜਾਣਿਓ। ਹਾਂ ਪੀਰ ਬੁੱਧੂ ਸ਼ਾਹ ਜੀ, ਪਰ ਇਸ ਗੱਲ ਦਾ ਬਹੁਤਿਆਂ ਨੂੰ ਨਹੀਂ, ਕਿਸੇ ਕਿਸੇ ਨੂੰ ਨਿਸ਼ਚਾ ਹੁੰਦਾ ਹੈ
ਗੱਲ ਏਦਾਂ ਹੀ ਜਿਵੇਂ ਤੁਸੀਂ ਕਹੀ ਹੈ। ਪਰ ਤਉ ਪਛਾਨੋ ਮਨ ਮੈਂ ਜੁਗ ਰਹੇ ਭਾਣਜੇ ਰਨ ਮੈਂ। ਪਰ ਫੇਰ ਵੀ ਮੇਰੇ ਵੀ ਦੋ ਭਾਣਜੇ ਜੰਗ ਦੇ ਮੈਦਾਨ ਵਿੱਚ ਰਹਿ ਗਏ ਹਨ। ਲਰ ਸਨਮੁਖ ਤਿਆਗੇ ਪ੍ਰਾਨਾ ਰਖ ਛਤਰੀ ਧਰਮਜ ਸੁਜਾਨਾ। ਜਿਨ੍ਹਾਂ ਨੇ ਮੇਰੇ ਸਾਹਮਣੇ ਲੜਦਿਆਂ ਹੋਇਆਂ ਛਤਰੀ ਧਰਮ ਨੂੰ ਨਿਭਾਉਂਦਿਆਂ ਹੋਇਆਂ ਸ਼ਹੀਦੀਆਂ ਪਾਈਆਂ। ਤੇਰ ਤੇ ਬੜ ਸ਼ੋਕ ਉਪੰਨਾ ਚਿਤ ਹੋਤ ਹਮਾਰੋ ਖਿੰਨਾ। ਇਸ ਕਰਕੇ ਮਨ ਵਿੱਚ ਬੜਾ ਦੁੱਖ ਪੈਦਾ ਹੁੰਦਾ ਹੈ। ਗੁਣ ਸਿਮਰਤ ਹੈ ਮਨ ਮੇਰਾ ਜਿਹੇ ਜਿਨ ਮਹਿ ਉਤਸ਼ਾਹੇ ਬਡੇਰਾ। ਇਹ ਜਿਹੜੇ ਮੇਰੇ ਸਾਥੀ ਸਨ ਬਹੁਤ ਗੁਣਾ ਵਾਲੇ ਸਨ, ਬੜੇ ਉਤਸ਼ਾਹ ਵਾਲੇ ਸਨ। ਨਿਤ ਮਿਲਤ ਖਿਲਤ ਹਮ ਸੰਗੇ ਬਨ ਗਮਨਤ ਚੜੈ ਤੁਰੰਗੇ। ਅਸੀਂ ਇਕੱਠੇ ਜੰਗ ਦੇ ਮੈਦਾਨ ਵਿੱਚ ਆਪਣਾ ਜੰਗਲ ਦੇ ਵਿੱਚ ਸ਼ਿਕਾਰ ਖੇਡਣ ਜਾਂਦੇ ਸੀ, ਇਕੱਠੇ ਖੇਡਦੇ ਰਹੇ ਆ। ਸੁਨ ਬੁੱਧੂ ਸਾਹਿਬ ਖਾਨਾ ਤਮ ਸਭ ਵਿਦ ਅਹੋ ਮਹਾਨਾ। ਬੁੱਧੂ ਸ਼ਾਹ ਕਹਿਣ ਲੱਗੇ ਮਹਾਰਾਜ ਤੁਸੀਂ ਸਭ ਜਾਣਦੇ ਹੋ, ਤੁਹਾਨੂੰ ਕਿਆ ਕਹੀਏ, ਤੁਸੀਂ ਮਹਾਨ ਹੋ। ਜਿਮ ਚਾਹੋ ਰਚੋ ਗੁਸਾਈ ਸਭ ਬਾਤ ਤੁਮਹੁ ਅਨ ਆਈ। ਇਹ ਸਾਰੀਆਂ ਖੇਡਾਂ ਤੁਹਾਡੀਆਂ ਆਪਣੀਆਂ ਹੀ ਰਚੀਆਂ ਹੋਈਆਂ, ਜਿਵੇਂ ਚਾਹੋ ਉਵੇਂ ਕਰ ਸਕਦੇ ਹੋ। ਸੋਭ ਭਾਗ ਜੇ ਭਏ ਹਮਾਰੇ ਮਿਲ ਕਦਮ ਸੁਪਦਮ ਤੁਮਾਰੇ। ਔਰ ਵੱਡੇ ਭਾਗ ਹਨ ਸਾਡੇ ਜੋ ਅਸੀਂ ਤੁਹਾਡੇ ਚਰਨਾਂ ਵਿੱਚ ਪਹੁੰਚੇ। ਅਬ ਸਫਲ ਭਏ ਸਭ ਰੀਤੀ ਰਣ ਪਹੁੰਚੇ ਆਨਸ ਪ੍ਰੀਤੀ। ਹੁਣ ਸਭ ਕੁਝ ਹੀ ਵਧੀਆ ਹੋ ਗਿਆ, ਜੰਗ ਦਾ ਮੈਦਾਨ ਆਪਾਂ ਜਿੱਤ ਲਿਆ ਹੈ ਔਰ ਪਿਆਰ ਦੇ ਨਾਲ ਜੰਗ ਦੇ ਮੈਦਾਨ ਚੋਂ ਘਰੇ ਵੀ ਆ ਗਏ ਹਾਂ। ਗਨ ਖਾਨ ਪ੍ਰਥਮ ਰਖਵਾਈ ਗੁਰ ਘਰ ਸੇ ਆ ਧਨ ਗਨ ਪਾਈ। ਔਰ ਬਹੁਤ ਸਾਰੇ ਪਠਾਨਾਂ ਨੂੰ ਆਪਾਂ ਜੰਗ ਦੇ ਮੈਦਾਨ ਵਿੱਚ ਰੱਖ ਲਿਆ, ਜਿਨ੍ਹਾਂ ਨੇ ਗੁਰੂ ਘਰ ਤੋਂ ਬਹੁਤ ਸਾਰਾ ਧਨ ਪ੍ਰਾਪਤ ਕੀਤਾ ਸੀ। ਪੁਨ ਹੋਏ ਨਿਮਕ ਹਰਾਮੀ ਸਭ ਕੀਨੀ ਕਾਰ ਗੁਲਾਮੀ। ਉਹਨਾਂ ਨੇ ਜਿਹੜਾ ਕੰਮ ਕੀਤਾ ਹੈ ਉਹ ਮਾੜਾ ਕੀਤਾ ਹੈ, ਨੀਚਾਂ ਵਾਲੀ ਕਾਰ ਕੀਤੀ ਹੈ, ਨਿਮਕ ਹਰਾਮੀ ਕੀਤੀ ਹੈ, ਸਾਨੂੰ ਛੱਡ ਕੇ ਦੂਜੇ ਪਾਸਿਓਂ ਹੋ ਕੇ ਲੜੇ। ਲੱਖ ਉਪਾਲੰਬ ਪਾਠ ਜੋ ਮੈਂ ਲੱਜਤ ਸੁਨ ਕਰ ਸੋ। ਤੇ ਮਹਾਰਾਜ ਜਦੋਂ ਤੁਹਾਡੀ ਚਿੱਠੀ ਮੇਰੇ ਕੋਲ ਪਹੁੰਚੀ ਉਹਦੇ ਵਿੱਚ ਬਸ ਤੁਹਾਡੇ ਬਚਨ ਮੈਨੂੰ ਤਾਂ ਅਲਾਂਭਾ ਲੱਗੇ, ਮੇਰੇ ਹਿਰਦੇ ਤੇ ਤੀਰਾਂ ਵਾਂਗੂ ਲੱਗੇ। ਫਿਰ ਮੈਥੋਂ ਰਿਹਾ ਨਹੀਂ ਗਿਆ, ਮੈਂ ਬੜਾ ਸ਼ਰਮਸ਼ਾਰ ਹੋਇਆ। ਸੈ ਸਪਤ ਮੁਰੀਦ ਬਟੋਰੇ ਚੱਲ ਪਰਿਓ ਤੁਰਤ ਤੁਮ ਓਰੇ। ਫਿਰ ਮਹਾਰਾਜ ਉਸ ਅਲਾਂਭੇ ਨੂੰ ਸਿਰ ਤੋਂ ਲਾਉਣ ਵਾਸਤੇ ਮੈਂ ਆਪਣੇ ਚੇਲੇ ਇਕੱਠੇ ਕੀਤੇ 700 ਤੇ ਤੁਹਾਡੇ ਵੱਲ ਚੱਲ ਪਿਆ ਜੀ। ਪੁਰ ਪਾਵਟ ਮੈਂ ਜਬ ਆਇਓ ਤੁਮ ਚੜੇ ਜੰਗ ਸੁਨ ਪਾਇਓ। ਜਦੋਂ ਮੈਂ ਇਹਨਾਂ ਨੂੰ ਲੈ ਕੇ ਪੌਂਟਾ ਸਾਹਿਬ ਪਹੁੰਚਿਆ ਤੇ ਤੁਸੀਂ ਭੰਗਾਣੀ ਪਹੁੰਚ ਗਏ ਸੀ ਜੰਗ 'ਚ। ਨਹਿ ਕੀਨਸ ਮੈਂ ਤਬ ਡੇਰਾ ਰਣ ਕਾਜ ਪਰਿਓ ਅਬ ਹੀਰਾ। ਫਿਰ ਮੈਂ ਉੱਥੇ ਰੁਕਣਾ ਠੀਕ ਨਹੀਂ ਸਮਝਿਆ ਤੇ ਮੈਂ ਵੀ ਸਿੱਧਾ ਫਿਰ ਜੰਗ ਦੇ ਵਿੱਚ ਆ ਗਿਆ ਜੀ। ਮੈਂ ਗਮਨਿਓ ਤੁਮ ਪਛਚਾਤੀ ਸਭ ਖਰੇ ਹੋਤੇ ਭਲ ਭਾਂਤੀ। ਔਰ ਜਦ ਮੈਂ ਦੇਖਿਆ ਜੰਗ ਦਾ ਮੈਦਾਨ ਸਜਿਆ ਹੋਇਆ ਸੀ, ਉਧਰ ਦੁਸ਼ਟ ਖੜੇ ਸਨ ਦੁਸ਼ਮਣ, ਇੱਧਰ ਤੁਸੀਂ ਖੜੇ ਸੀ। ਇੱਕ ਪਾਸਾ ਰਣ ਕੋ ਰੋਕਾ ਰਿਪ ਪੁੰਜ ਖਰੋ ਅਵੇ ਲੋਕਾ। ਜਿੱਧਰ ਬਹੁਤੇ ਦੁਸ਼ਮਣ ਖੜੇ ਸੀ ਮੈਂ ਆਪਣੇ ਚੇਲਿਆਂ ਨੂੰ ਲੈ ਕੇ ਉਹ ਸਾਈਡ ਨੂੰ ਰੋਕ ਲਿਆ। ਫਿਰ ਤਬ ਛੂਟਨ ਲੱਗੀ ਤੁਫੰਗਾ ਗਿਰਪਤੀ ਲਰੇ ਹਮ ਸੰਗ। ਬੰਦੂਕਾਂ ਚੱਲਣ ਲੱਗੀਆਂ ਪਹਾੜੀਆਂ ਦੇ ਨਾਲ, ਮੇਰੇ ਸਾਥੀਆਂ ਦਾ ਸਾਡਾ ਜੰਗ ਹੋਇਆ ਹੈ ਜੀ। ਬਹੁ ਮਾਰੇ ਤਹਾ ਪਹਾੜੀ ਥਿਰ ਹੈ ਹਵੈ ਕਰ ਧੀਰਜ ਤਾਰੀ। ਪੈਰ ਗੱਡ ਕੇ ਮੇਰੇ ਯੋਧਿਆਂ ਨੇ, ਮੇਰੇ ਪੁੱਤਰਾਂ ਨੇ ਫਿਰ ਉੱਥੇ ਖੜ ਕੇ ਬਹੁਤ ਪਹਾੜੀਆਂ ਦਾ ਖਾਤਮਾ ਕੀਤਾ ਜੀ। ਮਹਿ ਪਾਉ ਪਿਛਾਉ ਕਾਲਾ ਰਣ ਡਰ ਵਿਸਾਰ ਕਰਾਲਾ। ਔਰ ਮੇਰੇ ਯੋਧਿਆਂ ਨੇ ਵੀ, ਮੇਰੇ ਪੁੱਤਰਾਂ ਨੇ ਵੀ ਪੈਰ ਪਿੱਛੇ ਨਹੀਂ ਕੀਤਾ, ਜੰਗ ਦੇ ਵਿੱਚ ਅੱਗੇ ਵੱਧ ਕੇ ਲੜੇ ਹਨ। ਸੁਤ ਦੋਏ ਮਰੀਦ ਸਮੇਤਾ ਲਰ ਪਹੁੰਚੇ ਭਿਸਤ ਨਕੇਤਾ। ਕੋਈ ਗੱਲ ਨਹੀਂ ਮਹਾਰਾਜ, ਮੌਤ ਤਾਂ ਸਭ ਦੇ ਸਿਰ ਤੇ ਆਉਣੀ ਹੈ, ਪਰ ਮੇਰੇ ਚੇਲੇ ਤੇ ਮੇਰੇ ਪੁੱਤਰ ਜਿਹੜੇ ਹਨ ਸ਼ਹੀਦ ਹੋ ਗਏ, ਭਿਸ਼ਟਾਂ ਨੂੰ ਸਵਰਗਾਂ ਨੂੰ ਗਏ ਹਨ। ਤੁਮ ਦਿਸ਼ਾ ਪਠਾਨ ਅਰੇ ਹੈ ਸਭ ਹੋਏ ਹਰਾਮ ਮਰੇ ਹੈ। ਜਿਹੜੇ ਪਠਾਨ ਤੁਹਾਡੇ ਸਾਹਮਣੇ ਆ ਕੇ ਉਲਟ ਹੋ ਕੇ ਲੜੇ ਹੈ, ਇਹ ਸਾਰੇ ਲੂਣ ਹਰਾਮੀ ਹੋ ਕੇ ਮਰੇ ਨ। ਤਜ ਸੁਆਮੀ ਬੇਮੁਖ ਜੈਸੇ ਫਲ ਪਾਏ ਲੀਨ ਤੈਨ ਤੈਸੇ। ਆਪਣੇ ਮਾਲਕ ਦੇ ਉਲਟ ਹੋ ਕੇ ਲੜਨ ਦਾ ਫਲ ਉਹਨਾਂ ਨੂੰ ਪ੍ਰਾਪਤ ਹੋ ਗਿਆ ਹੈ। ਸੁਨ ਧੀਰ ਪੀਰ ਕੀ ਕਾਨਾ ਸ੍ਰੀ ਮੁਖ ਤੇ ਤਬੈ ਬਖਾਨਾ। ਤਾਂ ਪੀਰ ਬੁੱਧੂ ਸ਼ਾਹ ਜੀ ਦੇ ਬਚਨ ਸੁਣ ਕੇ
ਗੁਰੂ ਪਾਤਸ਼ਾਹ ਕਹਿੰਦੇ ਤੋਹੇ ਸਾਧ ਸਾਧ ਵੱਡ ਸਾਧੂ ਪਦ ਉੱਤਮ ਮਹਿਲੇ ਥਿਤ ਲਾਧੂ। ਵਾਹ ਬਈ ਵਾਹ ਸਾਧਾ, ਸ਼ਾਬਾਸ਼ੇ ਸ਼ਾਬਾਸ਼ੇ। ਸਾਧ ਦਾ ਇੱਕ ਅਰਥ ਹੈ ਸ਼ਾਬਾਸ਼ੇ ਸ਼ਾਬਾਸ਼ੇ, ਤੂੰ ਵੱਡਾ ਸੱਚ ਦਾ ਸਾਧੂ ਹੈ, ਉੱਤਮ ਪਦਵੀ ਨੂੰ ਪ੍ਰਾਪਤ ਕੀਤਾ ਹੈ ਜੀ। ਇਤਿਆਦਿਕ ਅਦਕ ਵਡਾਈ ਸ੍ਰੀ ਮੁਖ ਤੇ ਭਾਖ ਸੁਨਾਈ। ਇਹੋ ਸਤਿਗੁਰਾਂ ਨੇ ਪੀਰ ਬੁੱਧੂ ਸ਼ਾਹ ਦੀ ਬੜੀ ਸਿਫਤ ਕੀਤੀ ਹੈ। ਸਨਮਾਨ ਸਹਿਤ ਬੈਠਾਇਓ ਅਨੁਕੰਪਾ ਧਰ ਦ੍ਰਿਸ਼ਟਾਇਓ। ਬੜਾ ਸਤਿਕਾਰ ਕਰਦਿਆਂ ਹੋਇਆਂ ਪੀਰ ਬੁੱਧੂ ਸ਼ਾਹ ਜੀ ਨੂੰ ਆਪਣੇ ਕੋਲ ਬਿਠਾਇਆ, ਕਿਰਪਾ ਕਰਦਿਆਂ ਹੋਇਆਂ ਕੀ ਕਹਿੰਦੇ ਦੋਹਰਾ ਸ੍ਰੀ ਸਤਿਗੁਰ ਤੇ ਸਮੇਂ ਮੈਂ ਕੰਗਾ ਕਰਤ ਸੁਕੇਸ਼ ਦਾਸ ਚੁਨੀ ਦਸਤਾਰ ਸ਼ੁਭ ਆਗੇ ਧਰੀ ਵਿਸ਼ੇਸ਼। ਤੇ ਇਸ ਵੇਲੇ ਗੁਰੂ ਪਿਆਰਿਓ, ਇਹ ਉਸ ਤੋਂ ਬਾਅਦ ਦੀ ਗੱਲ ਹੈ, ਦੀਵਾਨ ਦੀ ਸਮਾਪਤੀ ਹੋ ਗਈ। ਤਾਂ ਜਿਸ ਵੇਲੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੰਗਾ ਕਰ ਰਹੇ ਸੀ, ਔਰ ਜਿਹੜੀ ਦਸਤਾਰ ਸੀ, ਦਸਤਾਰ ਚੁਣੇ ਕਰ ਬਾਂਧਈ, ਗੁਰੂ ਦਾ ਹੁਕਮ ਹੈ। ਤੋ ਚੁਣਦਾ ਹੁੰਦਾ ਪੂਣੀ ਨੂੰ ਖੋਲ੍ਹਣਾ ਝਾੜਨਾ। ਚੁਣਨ ਦਾ ਮਤਲਬ ਦਸਤਾਰ ਨੂੰ ਦੁਬਾਰਾ ਝਾੜਨਾ, ਦੁਬਾਰੇ ਪੂਣੀ ਕਰਨਾ ਉਸ ਦੀ। ਤਾਂ ਸੇਵਕਾਂ ਨੇ ਦਸਤਾਰ ਸਤਿਗੁਰ ਦੀ ਸੈੱਟ ਕਰਕੇ ਚੁਣ ਕਰਕੇ ਸਾਹਮਣੇ ਰੱਖ ਦਿੱਤੀ ਹੈ, ਤੇ ਸਤਿਗੁਰੂ ਕੇਸ਼ਾਂ ਵਿੱਚ ਕੰਗਾ ਕਰ ਰਹੇ ਸੀ। ਬੁੱਧੂ ਸ਼ਾਹ ਸੁਣੀ ਜੀਏ ਧਨ ਆਦਿਕ ਵਥ ਜੋਏ। ਔਰ ਸਤਿਗੁਰੂ ਪਾਤਸ਼ਾਹ ਨਾਲੇ ਗੱਲਾਂ ਕਰ ਰਹੇ ਆ ਪੀਰ ਬੁੱਧੂ ਸ਼ਾਹ ਨਾਲ। ਕਹਿੰਦੇ ਬੁੱਧੂ ਸ਼ਾਹ ਗੱਲ ਸੁਣ ਲਾ, ਤੈਨੂੰ ਮੈਂ ਕੀ ਦੇਵਾਂ, ਪੈਸਾ ਜਾਂ ਕੋਈ ਵੀ ਵਸਤੂ। ਚਿਰੰਕਾਲ ਨਹਿ ਰਹਿਤ ਹੈ ਖਰਚੀ ਜੈ ਹੈ ਸੋਏ। ਵੈਸੇ ਚੀਜ਼ਾਂ ਸਾਰੀਆਂ ਆਉਣੀਆਂ ਜਾਣੀਆਂ, ਪਰ ਮੈਂ ਤੈਨੂੰ ਦੇਣਾ ਚਾਹੁੰਦਾ ਹਾਂ ਕੁਝ। ਬਹੁਤ ਪੁਸਤਕੇ ਕਾਮ ਜੋ ਆਵਹਿ ਵਸਤ ਉਦਾਰ। ਦੱਸ ਮੈਂ ਤੈਨੂੰ ਕੀ ਦੇਵਾਂ ਜਿਹੜੇ ਤੇਰੇ ਦੁਨੀਆ ਰਹਿੰਦੀ ਦੁਨੀਆ ਤੱਕ ਤੇਰੀਆਂ ਪੁਸ਼ਤਾਂ ਦੇ, ਤੇਰੀਆਂ ਕੁੱਲਾਂ ਦੇ ਕੰਮ ਆਵੇ। ਸੋ ਬਖਸ਼ ਹੈ ਅਬ ਤੋਹੇ ਕਾ ਰਖੀ ਹੈ ਆਪ ਸੰਭਾਰ। ਦੱਸ ਫਿਰ ਕੀ ਦਈਏ। ਉਸ ਵੇਲੇ ਕਹਿੰਦੇ ਪੀਰ ਬੁੱਧੂ ਸ਼ਾਹ ਨੇ ਵੀ ਕਿਹਾ, ਤੇ ਗੁਰੂ ਸਾਹਿਬ ਦਾ ਵੀ ਇਹੀ ਇਰਾਦਾ ਸੀ। ਕਹਿਣ ਲੱਗਿਆ ਮਹਾਰਾਜ, ਆ ਜਿਸ ਕੰਘੇ ਦੇ ਨਾਲ ਤੁਸੀਂ ਕੇਸ ਵਾਹ ਰਹੇ ਹੋ, ਇਹਦੇ ਵਿੱਚ ਕੋਈ ਟੁੱਟੇ ਹੋਏ ਕੇਸ ਹਨ, ਕਿਰਪਾ ਕਰਕੇ ਇਹ ਕੰਘਾ ਸਮੇਤ ਕੇਸ਼ਾਂ ਦੇ ਮੈਨੂੰ ਦੇ ਦਿਓ ਜੀ। ਏਮ ਕਹਿ ਗਹਿ ਦਸਤਾਰ ਕਾ ਸੁਭ ਕਕਰੇਜੀ ਰੰਗ। ਹਾਂ, ਤੇ ਇਸ ਤਰ੍ਹਾਂ ਸਤਿਗੁਰਾਂ ਦੇ ਹੱਥ ਵਿੱਚ ਦਸਤਾਰ ਫੜ ਲਈ ਹੈ, ਜਿਸ ਦਾ ਕਕਰੇਜੀ ਲਾਲ ਰੰਗ ਹੈ। ਗੁਰੂ ਪਿਆਰਿਓ, ਲਾਲ ਗੂੜਾ ਕਕਰੇਜੀ ਹੁੰਦਾ, ਲਾਲ ਜਿਹਨੂੰ ਪੰਜਾਬੀ ਵੀ ਕਹਿ ਦਿੰਦੇ ਆ। ਚਲੋ ਜੈਸਾ ਵੀ ਦਸਤਾਰ ਦਾ ਰੰਗ ਸੀ, ਸਤਿਗੁਰ ਨੇ ਉਹ ਦਸਤਾਰ ਹੱਥ ਵਿੱਚ ਫੜੀ ਹੈ। ਕੰਗਾ ਸਹਿਤ ਸੋ ਕੇਸ ਹੀ ਗਹੀ ਕਰਦ ਤਿਨ ਸੰਗ। ਇੱਕ ਛੋਟੀ ਕਿਰਪਾਨ, ਇੱਕ ਕੰਗਾ ਤੇ ਦਸਤਾਰ। ਬਖਸ਼ੀ ਬੁੱਧੂ ਸ਼ਾਹ ਕੋ ਲੈ ਨਿਜ ਸੀਸ ਚੜਾਏ। ਇਹ ਤਿੰਨ ਚੀਜ਼ਾਂ ਪੀਰ ਬੁੱਧੂ ਸ਼ਾਹ ਨੂੰ ਦਿੱਤੀਆਂ, ਉਹਨਾਂ ਨੇ ਆਪਣੇ ਸੀਸ ਤੇ ਰੱਖੀਆਂ ਹਨ। ਬਾਰ ਬਾਰ ਬੰਦਨ ਕਰੈ ਹਿਰਦੈ ਤਹ ਹਰਿਓ ਹਰ ਖਾਏ। ਨਾਲੇ ਖੁਸ਼ ਹੋ ਰਹੇ ਆ, ਨਮਸਕਾਰਾਂ ਕਰ ਰਹੇ ਆ। ਇੱਥੇ ਇੱਕ ਹੋਰ ਵੀ ਗੱਲ ਮੈਂ ਦੱਸ ਦੇਵਾਂ। ਕਹਿੰਦੇ ਜਿਸ ਵੇਲੇ ਪੀਰ ਜੀ ਨੇ ਕਿਹਾ ਮਹਾਰਾਜ ਇਹ ਕੰਘਾ ਸਾਨੂੰ ਦੇ ਦਿਓ ਸਮੇਤ ਕੇਸਾਂ ਦੇ, ਪਾਤਸ਼ਾਹ ਕਹਿੰਦੇ ਇਹਦਾ ਕੀ ਕਰੋਗੇ? ਕਹਿੰਦੇ ਇਹਦਾ ਮਹਾਰਾਜ ਸਾਡੀ ਮੁਸਲਮਾਨੀ ਮੱਤ ਵਿੱਚ, ਮੱਕੇ ਦੇ ਵਿੱਚ, ਮਦੀਨੇ ਦੇ ਵਿੱਚ ਮੁਹੰਮਦ ਸਾਹਿਬ ਦਾ ਇੱਕੋ ਹੀ ਰੋਮ ਪਿਆ। ਜਿਹੜੇ ਕੇਸ ਆ ਸਾਡੇ, ਇਹ ਜੁਗਾਂ ਜੁਗਾਂਤਰਾਂ ਤੱਕ ਰਹਿ ਸਕਦੇ ਆ, ਗਲਦੇ ਨਹੀਂ। ਸਰੀਰ ਤੋਂ ਟੁੱਟ ਜਾਣ ਤੋਂ ਬਾਅਦ ਵੀ ਇਹ ਜਿਉਂਦੇ ਰਹਿੰਦੇ ਆ। ਸਾਇੰਸ ਨੇ ਵੀ ਇਹ ਖੋਜ ਕੀਤੀ ਆ। ਕਹਿਣ ਲੱਗੇ ਇਹ ਕੇਸ ਮੈਨੂੰ ਦੇ ਦਿਓ ਤੁਹਾਡੇ, ਤੁਸੀਂ ਵੀ ਪੀਰਾਂ ਦੇ ਪੀਰ ਹੋ। ਤੁਹਾਡੇ ਮੁਹੰਮਦ ਸਾਹਿਬ ਦਾ, ਸਾਡੇ ਮੁਹੰਮਦ ਸਾਹਿਬ ਪੀਰ ਦਾ ਇੱਕੋ ਕੇਸ ਹੈ ਜਿਹੜਾ ਹਾਜੀਆਂ ਨੂੰ ਦਰਸ਼ਨ ਕਰਵਾਏ ਜਾਂਦੇ ਆ ਕਿ ਇਹ ਕੇਸ ਹੈ ਜਿਹੜਾ ਇਹ ਆਪਣੇ ਪੀਰ ਮੁਹੰਮਦ ਸਾਹਿਬ ਦਾ ਹੈ। ਤੇ ਇਹ 'ਚ ਤਾਂ ਮਾਰੇ ਕਿੰਨੇ ਕੇਸ ਆ, ਕਿਰਪਾ ਕਰਕੇ ਮੈਨੂੰ ਕੰਘਾ ਦੇ ਦਿਓ। ਪਾਤਸ਼ਾਹ ਜੀ ਦੀ ਵੀ ਇਹੋ ਹੀ ਇੱਛਾ ਸੀ। ਇਹੋ ਕੰਘਾ, ਕਿਰਪਾਨ ਛੋਟੀ ਅਤੇ ਇੱਕ ਦਸਤਾਰ ਪਾਤਸ਼ਾਹ ਜੀ ਨੇ ਪੀਰ ਬੁੱਧੂ ਸ਼ਾਹ ਨੂੰ ਦੇਣੀ ਕੀਤੀ ਹੈ। ਰਾਖੋ ਭਲੇ ਸੰਭਾਰ ਕਰ ਵਧੈ ਖਾਲਸੇ ਰਾਜ। ਔਰ ਪੀਰ ਬੁੱਧੂ ਸ਼ਾਹ ਨੂੰ ਸਤਿਗੁਰਾਂ ਨਾਲ ਇੱਕ ਬਚਨ ਦਿੱਤਾ ਹੈ, ਜਿਹਨੂੰ ਆਪਾਂ ਹੁਕਮ ਕਹਿ ਦਿਓ। ਹੁਕਮਨਾਮਾ ਕਾਗਜ਼ ਤੇ ਲਿਖ ਕੇ ਦਿੱਤਾ ਜਾਂਦਾ ਹੈ, ਔਰ ਹੁਕਮ ਜੋ ਤੁਰੰਤ ਸੁਣਾਇਆ ਜਾਂਦਾ ਹੈ।
ਪਾਤਸ਼ਾਹ ਕਹਿੰਦੇ ਜਿਵੇਂ ਜਿਵੇਂ ਸਾਡੇ ਖਾਲਸੇ ਦਾ ਰਾਜ ਵਧੇਗਾ, ਤਬ ਤੁਬ ਸੰਤਤ ਕੀ ਅਦਕ ਆਵਹਿ ਨਿਤ ਪ੍ਰਦ ਕਾਜ। ਔਰ ਸਾਡਾ ਖਾਲਸਾ ਇਹਨਾਂ ਚੀਜ਼ਾਂ ਨੂੰ ਵੇਖ ਕੇ ਤੁਹਾਨੂੰ ਸਤਿਕਾਰ ਦੇਵੇਗਾ, ਉਸ ਵੇਲੇ ਚੀਜ਼ਾਂ ਕੰਮ ਆਉਣਗੀਆਂ। ਕਿਮ ਕਹਿ ਦਰਬ ਅਨਾਏ ਕਰ ਦੀਨਸ 5000। ਔਰ 5000 ਚਾਂਦੀ ਦਾ ਰੁਪਈਆ ਵੀ ਸਤਿਗੁਰਾਂ ਨੇ ਇੱਕ ਥੈਲੀ ਦੇਣੀ ਕੀਤੀ ਹੈ। ਦੇਹੋ ਮੁਰੀਦਨ ਸਭਨ ਕਾ ਜਿਨਹੁ ਕਰੀ ਰਨਕਾਰ। ਇਹ 5000 ਰੁਪਈਆ ਆਪਣੇ ਚੇਲਿਆਂ ਨੂੰ ਜੋ ਆਪਣੇ ਕੋਲ ਹੈਗੇ ਨੇ ਇਹਨਾਂ ਨੂੰ ਵੰਡਣਾ ਕਰੋ, ਜਿਨ੍ਹਾਂ ਨੇ ਜੰਗ ਦੇ ਮੈਦਾਨ ਵਿੱਚ ਸੇਵਾ ਕੀਤੀ ਹੈ। ਜੇ ਪਾਉ ਸਮੁਦਾਇ ਦੇ ਕਰ ਸੰਤੁਸ਼ਟ ਵਿਸਾਲ। ਉਹ ਫਿਰ ਸਾਰੇ ਉਹਨਾਂ ਦੇ ਚੇਲਿਆਂ ਨੂੰ ਸਰੋਪੇ ਵੀ ਦੇਣੇ ਕੀਤੇ, ਸਤਿਕਾਰ ਕੀਤਾ ਹੈ, ਸੰਤੁਸ਼ਟ ਕੀਤਾ ਹੈ ਜੀ। ਰੁਖਸਦ ਕੀਨੋ ਮਾਨ ਜੁਤ ਅਦਕ ਹਰਖ ਕੇ ਨਾਲ। ਔਰ ਬੜੇ ਹੀ ਸਤਿਕਾਰ ਸਹਿਤ ਸਤਿਗੁਰਾਂ ਨੇ ਪੀਰ ਬੁੱਧੂ ਸ਼ਾਹ ਨੂੰ ਜਿਹੜਾ ਹੈ ਰੁਖਸਤ ਕੀਤਾ ਜੀ। ਬਾਰ ਬਾਰ ਕਰ ਬੰਦਨਾ ਗਇਓ ਸਢੌਰੇ ਧਾਮ। ਔਰ ਨਮਸਕਾਰਾਂ ਕਰਦਾ ਹੋਇਆ ਪੀਰ ਬੁੱਧੂ ਸ਼ਾਹ ਸੰਢੌਰੇ ਪਹੁੰਚਿਆ। ਪੂਰ ਮੁਰੀਦਨ ਕਾਮਨਾ ਸਰੇ ਸਭਨ ਕੇ ਕਾਮ। ਇਸ ਤਰ੍ਹਾਂ ਜਿਹੜੀ ਮਾਇਆ ਸੀ ਉਹ ਆਪਣੇ ਮੁਰੀਦਾਂ ਨੂੰ ਚੇਲਿਆਂ ਨੂੰ ਵੰਡ ਦਿੱਤੀ ਆ, ਉਹਨਾਂ ਦੀਆਂ ਕਾਮਨਾਵਾਂ ਵੀ ਗੁਰੂ ਸਾਹਿਬ ਨੇ ਪੂਰੀਆਂ ਕੀਤੀਆਂ ਜੀ। ਕੰਧ ਵਿਖੈ ਰਖ ਤਾਹੇ ਕੋ ਤਾ ਮਹਿ ਦੀਨ ਚਨਾਏ। ਇਸ ਤਰ੍ਹਾਂ ਪੀਰ ਜੀ ਨੇ ਉਹ ਵਾਲਾਂ ਸਮੇਤ ਕੰਘਾ ਜਿਹੜਾ ਹੈ, ਕਿਰਪਾਨ ਜਿਹੜੀ ਹੈ ਸੰਭਾਲਣ ਦੇ ਵਾਸਤੇ ਕੰਧ ਦੇ ਵਿੱਚ ਬੰਦ ਕਰਤੀ। ਪਹਿਲਾਂ ਕੰਧਾਂ ਬੜੀਆਂ 2-2 ਫੁੱਟ 2.5 ਫੁੱਟ ਚੌੜੀਆਂ ਹੁੰਦੀਆਂ ਸਨ, ਉਹਨਾਂ ਵਿੱਚ ਸੈਂਟਰ ਦੇ ਵਿੱਚ ਬਾਰੀ ਰੱਖ ਲਈ ਜਾਂਦੀ ਸੀ। ਕੋਈ ਕੀਮਤੀ ਚੀਜ਼ ਜਿਹੜੀ ਸੰਸਾਰ ਤੋਂ ਬਚਾਈ ਜਾ ਸਕੇ, ਲੋਕਾਂ ਤੋਂ ਡਾਕੂਆਂ ਤੋਂ ਬਚਾਉਣ ਵਾਸਤੇ ਉਹਨੂੰ ਕੰਧ ਦੇ ਵਿੱਚ ਚਿਣ ਕੇ ਬੰਦ ਕਰ ਦਿੰਦੇ ਸੀ। ਪਰ ਉਸ ਤੋਂ ਪਹਿਲਾਂ ਮੈਂ ਇੱਕ ਬੇਨਤੀ ਕਰਾਂ, ਕਹਿੰਦੇ ਜਦ ਘਰੇ ਗਿਆ ਪੀਰ ਬੁੱਧੂ ਸ਼ਾਹ ਲੈ ਕੇ ਉਹ ਕੰਘਾ, ਇਹ ਜਿਹੜੀਆਂ ਮੈਂ ਗੱਲਾਂ ਕੋਲੋਂ ਸੁਣਾਉਣਾ ਇਹ ਹਿਰਦੇ ਤੋਂ ਹਿਰਦੇ ਤੱਕ ਚੱਲ ਰਹੀਆਂ, ਗਾਂਹ ਦੀਆਂ ਸੰਗਤਾਂ ਤੋਂ ਇੱਕ ਦੂਜੇ ਤੋਂ ਸੁਣੀਆਂ ਹੁੰਦੀਆਂ। ਕਹਿੰਦੇ ਉਸ ਵੇਲੇ ਪੀਰ ਬੁੱਧੂ ਸ਼ਾਹ ਦੀ ਜੋ ਘਰਵਾਲੀ ਹੈ ਉਹ ਘਰੇ ਬਰਾਕ ਕਰ ਰਹੀ ਹੈ। ਪੀਰ ਬੁੱਧੂ ਸ਼ਾਹ ਕਹਿਣ ਲੱਗਿਆ, ਭਗਵਾਨ ਕਿਉਂ ਬਰਾਕ ਕਰਦੀ ਹੈ? ਕਹਿੰਦੀ ਆਪਣੇ ਪੁੱਤਰ ਸ਼ਹੀਦ ਹੋ ਗਏ। ਕਹਿੰਦੇ ਫਿਰ ਕੀ ਹੋਇਆ, ਤੈਨੂੰ ਪਤਾ ਪੁੱਤਰ ਕਿੱਥੇ ਗਏ ਨਾ ਆਪਣੇ ਸ਼ਹੀਦ ਹੋ ਕੇ? ਕਹਿੰਦੇ ਕਿੱਥੇ ਗਏ? ਕਹਿੰਦੀ ਆ ਕੰਘਾ ਦੇਖ। ਜਦ ਕਹਿੰਦੀ ਉਸ ਪੀਰ ਬੁੱਧੂ ਸ਼ਾਹ ਦੀ ਘਰ ਨੇ ਕੰਘਾ ਐਦਾਂ ਕਰਕੇ ਆਪਣੇ ਮੂੰਹ ਵੱਲ ਕਰਕੇ ਦੇਖਿਆ, ਕਹਿੰਦੇ ਕੰਘੇ ਦੇ ਵਿੱਚੋਂ ਉਸ ਨੂੰ ਸਕਰੀਨ ਦੀ ਤਰ੍ਹਾਂ ਦਿਖਾਈ ਦਿੱਤਾ ਹੈ ਕਿ ਜੋ ਬੱਚੇ 2 ਸ਼ਹੀਦ ਹੋ ਗਏ ਉਹ ਬਾਬੇ ਨਾਨਕ ਦੀ ਗੋਦ ਵਿੱਚ ਸੱਚਖੰਡ ਵਿੱਚ ਬੈਠੇ ਆ। ਕਹੋ ਸਤਨਾਮ ਸ੍ਰੀ ਵਾਹਿਗੁਰੂ। ਇਸ ਤਰ੍ਹਾਂ ਉਹਨੇ ਆਪਣੀ ਘਰਵਾਲੀ ਨੂੰ ਵੀ ਖੈਰ ਧੀਰਜ ਦਿੱਤਾ। ਕਿ ਧੀਰਜ ਤਾਂ ਸਤਿਗੁਰ ਨੇ ਬਖਸ਼ਿਸ਼ ਕੀਤੀ ਸੀ, ਧੀਰਜ ਜਾਇਆ ਚਲੋ। ਇਸ ਤਰ੍ਹਾਂ ਫਿਰ ਗੁਰੂ ਪਿਆਰਿਓ ਉਸ ਨੇ ਸਾਰੀਆਂ ਬੀਬੀਆਂ ਜੋ ਰੋ ਰਹੀਆਂ ਸਨ, ਉਹਨਾਂ ਦੇ ਘਰ ਆਈਆਂ ਸੀ ਬੈਠਣ ਵਾਸਤੇ ਵੀ 2 ਪੁੱਤਰ ਸ਼ਹੀਦ ਹੋ ਗਏ ਜੰਗ ਦੇ ਮੈਦਾਨ 'ਚ। ਉਹਨਾਂ ਸਾਰਿਆਂ ਨੂੰ ਚੁੱਪ ਕਰਾਇਆ, ਫਿਕਰ ਨਾ ਕਰੋ, ਸਾਡੇ ਪੁੱਤਰ ਤਾਂ ਬਹੁਤ ਵਧੀਆ ਮੌਤ ਨੂੰ ਪ੍ਰਾਪਤ ਹੋਏ ਨੇ। ਨਹੀਂ ਤਾਂ ਕਬੀਰ ਸਾਹਿਬ ਜੀ ਦਾ ਬਚਨ ਹੈ, ਪਤਾ ਨਹੀਂ ਕਿਸੇ ਦੀ ਕਿਵੇਂ ਅੱਜ ਦੁਨੀਆ ਅੱਜ ਕਰੋਨਾ ਦੀ ਬਿਮਾਰੀ ਚੱਲੀ ਹੈ। ਇਸ ਤਰ੍ਹਾਂ ਲੋਕਾਂ ਦਾ ਜ਼ਿੰਦਗੀਆਂ ਜਿਹੜੀਆਂ ਐਵੇਂ ਫਨਾਹ ਹੁੰਦੀਆਂ ਜਾ ਰਹੀਆਂ। ਕਬੀਰ ਸਾਹਿਬ ਦਾ ਬਚਨ ਇਸ ਵੇਲੇ ਯਾਦ ਆਉਂਦਾ ਹੈ, ਕਬੀਰ ਕਿਆ ਜਾਣਾ ਕਿ ਮਰਾਂਗੇ ਕੈਸਾ ਮਰਨਾ ਹੋਏ, ਪਤਾ ਨਹੀਂ ਕਿਹਦੀ ਕਿਵੇਂ ਕਦੋਂ ਕਿੱਥੇ ਮੌਤ ਹੋਣੀ ਹੈ। ਪਰ ਜੇਕਰ ਸਹਿ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਜੇ ਪਰਮੇਸ਼ਰ ਯਾਦ ਰਹੇ ਤਾਂ ਉਹ ਮੌਤ ਵਧੀਆ ਹੁੰਦੀ ਹੈ। ਤਾਂ ਮੇਰੇ ਪੁੱਤਰਾਂ ਦੀ ਮੌਤ ਕਹਿੰਦੇ ਬਹੁਤ ਵਧੀਆ ਹੋਈ ਆ, ਗੁਰੂ ਦੇ ਚਰਨਾਂ ਵਿੱਚ ਬਰਾਜ ਗਏ ਹਨ, ਫਿਕਰ ਨਾ ਕਰੋ। ਫਿਰ ਇਸ ਨੇ ਇਹ ਚੀਜ਼ਾਂ ਜਿਹੜੀਆਂ ਹਨ ਆਪਣੇ ਕੰਧ ਵਿੱਚ ਸੰਭਾਲ ਦਿੱਤੀਆਂ ਜੀ। 8-10 ਸੈ 17 ਵਿਖੈ ਔ ਚੁੱਕ ਗਿਰੀ ਸੋ ਜਾਏ। ਕਹਿੰਦੇ 1800 ਤੇ 17 ਦੇ ਵਿੱਚ ਔਰ 1890 ਬਿਕਰਮੀ ਸੰਮਤ ਜਿਹੜਾ ਹੈ ਉਹ 1817 ਸੀ ਔਰ ਬਿਕਰਮੀ ਸੰਮਤ 1890 ਦੇ ਵਿੱਚ ਕਹਿੰਦੇ ਇੱਕ ਵਾਰ ਉਹ ਕੰਧ ਡਿੱਗ ਪਈ ਜੀ। ਨਿਕਸੀ ਤਬ ਸੰਦੂਕੜੀ ਹੁਕਮ ਪੱਤਰ ਪਠ ਜਾਨ। ਉਹ ਸੰਦੂਖੜੀ ਦੇ ਵਿੱਚ ਬੰਦ ਕਰਕੇ ਰੱਖਿਆ ਸੀ ਸੰਭਾਲ ਕੇ। ਕਹਿੰਦੇ ਜਦੋਂ ਕੰਧ ਡਿੱਗੀ ਕੁਦਰਤੀ 1890 ਔਰ ਜਿਹੜਾ ਹੈ ਸੰਮਤ ਬਿਕਰਮੀ ਜਿਹੜਾ ਹੈ 1890 ਸੀਗਾ। ਤਾਂ ਉਸ ਵੇਲੇ ਗੁਰੂ ਪਿਆਰਿਓ ਉਹ ਸੰਦੂਖੜੀ ਜਦ ਖੋਲ੍ਹੀ ਗਈ ਉਹਦੇ ਵਿੱਚੋਂ ਉਹ ਸਮਾਨ ਇੱਕ ਪੱਤਰ ਹੁਕਮਨਾਮਾ
ਚਿੱਠੀ ਵੀ ਨਿਕਲੀ ਹੈ। ਰਹਿਤ ਹੁਤੇ ਕਬ ਜਿਸ ਨਿਕਟ ਸੋ ਸਰਦਾਰ ਮਹਾਨ। ਕਹਿਣ ਲੱਗੇ ਉਸ ਵੇਲੇ ਜਿਹੜੇ ਕਵੀ ਸਨ, ਪੁਰਾਣੇ ਸਰਦਾਰ ਸਨ, ਪੜ੍ਹਨ ਵਾਲੇ, ਪੂਰਬ ਲਿਆਏ ਸੋ ਤਹਾਂ ਦੇਖੀ ਸਭਨ ਪਛਾਨ। ਕਹਿਣ ਲੱਗੇ ਉਹਨਾਂ ਨੇ ਉਹ ਜਿਹੜੀ ਹੈ ਚਿੱਠੀ ਤੇ ਉਹ ਸਾਰੀਆਂ ਵਸਤੂਆਂ ਜਦ ਲੈ ਕੇ ਆਂਦੀਆਂ ਤੇ ਪਛਾਣਨੀਆਂ ਕੀਤੀਆਂ ਜੀ। ਮਾਨੀ ਸਿਰ ਧਰ ਦੇਤ ਭੇ ਸਿੱਖ ਬਹੁ ਧਨ ਕੋ ਦਾਨ। ਕਹਿਣ ਲੱਗੇ ਜਿਸ ਵੇਲੇ ਇਹਨਾਂ ਦੇ ਵੱਡੇ ਅਗਲੀਆਂ ਕੁੱਲਾਂ ਨੇ ਉਹ ਚੀਜ਼ਾਂ ਕੱਢੀਆਂ ਕਿਤੇ ਸੰਭਾਲੀਆਂ ਤੇ ਸਰਦਾਰਾਂ ਨੂੰ ਪਤਾ ਲੱਗਿਆ, ਭਾਵ ਸਿੱਖਾਂ ਨੂੰ ਪਤਾ ਲੱਗਿਆ ਵੀ ਉਹਨਾਂ ਦੇ ਕੋਲੇ ਗੁਰੂ ਸਾਹਿਬ ਜੀ ਦੀ ਕੰਘਾ, ਕੇਸ ਤੇ ਕਿਰਪਾਨ ਤੇ ਦਸਤਾਰ ਤੇ ਹੁਕਮਨਾਮਾ ਹੈ। ਉਹਨਾਂ ਨੇ ਕਿਹਾ ਅਸੀਂ ਬਹੁਤ ਸਾਰੀ ਮਾਇਆ ਦੇ ਦੇਂਗੇ, ਸਾਨੂੰ ਇਹ ਸਮਾਨ ਦੇ ਦਿਓ ਜੀ। ਸੰਤਤ ਬੁੱਧੂ ਸ਼ਾਹ ਕੀ ਤਾ ਅਬ ਲਓ ਤਹਾ ਅਲੰਬ। ਕਹਿਣ ਲੱਗੇ ਹੁਣ ਤੱਕ ਉਹ ਵਸਤੂਆਂ ਦਾ ਜਿਹੜਾ ਹੈ ਫਲ ਪ੍ਰਾਪਤ ਕਰਕੇ ਬੁੱਧੂ ਸ਼ਾਹ ਦੀ ਸੰਤਾਨ ਖਾ ਰਹੀ ਹੈ। ਕਰਤ ਜੀਵ ਕਾ ਤਿਸੀ ਤੇ ਪਾਵਤ ਦਰਬ ਕਦੰਬ। ਇਹਨਾਂ ਧਨ ਰਾਜ ਵੇਲੇ ਜਿਸ ਵੇਲੇ ਗੁਰੂ ਪਿਆਰਿਓ ਸਰਕਾਰ ਨੇ, ਆਪਣੇ ਸਰਦਾਰਾਂ ਨੇ, ਗੁਰਸਿੱਖਾਂ ਨੇ ਇਤਨੀ ਮਾਇਆ ਦੇ ਦਿੱਤੀ ਕਿ ਅੱਜ ਤੱਕ ਉਹਦੇ ਪਰਿਵਾਰ ਪਲ ਰਹੇ ਹਨ। ਸੰਮਤ ਬੀਤੇ ਆਏ ਸੋ ਹਮਕੋ ਦਰਸ ਦਿਖਾਏ। ਸੰਤੋਖ ਸਿੰਘ ਕਵੀ ਕਹਿੰਦਾ ਥੋੜੇ ਸਾਲ ਹੋਏ ਹਨ, ਮੈਂ ਵੀ ਦਰਸ਼ਨ ਕਰਕੇ ਆਇਆ ਹਾਂ। ਬੁੱਧੂ ਸ਼ਾਹ ਪ੍ਰਸੰਗ ਕੋ ਭਾਖਿਓ ਸਕਲ ਬਣਾਏ। ਇਹ ਸੀ ਪੀਰ ਬੁੱਧੂ ਸ਼ਾਹ ਦਾ ਕੁਝ ਪ੍ਰਸੰਗ ਦੋਹਰਾ। ਸ੍ਰੀ ਸਤਿਗੁਰ ਤਬ ਕੇਸਰੀ ਅਪਰਬੰਧ ਦਸਤਾਰ। ਜਿਗਾ ਬਾਂਧ ਕਲਗੀ ਧਰੀ ਸ਼ੋਭਾ ਉਦਤ ਉਦਾਰ। ਤੇ ਸਤਿਗੁਰਾਂ ਨੇ ਆਪਣੇ ਲਈ ਹੋਰ ਦਸਤਾਰ ਮੰਗਾਈ ਆ ਕੇਸਰੀ ਰੰਗ ਦੀ, ਉਹ ਆਪਣੇ ਸੀਸ ਤੇ ਸਜਾਈ ਆ, ਉੱਪਰ ਕਲਗੀ ਜਿਗਾ ਸਜਾਈ ਜੀ। ਨਿਸ਼ਾਨੀ ਛੰਦ ਲੱਗਿਓ ਦੀਵਾਨ ਮਹਾਨ ਭਟ ਵੱਡ ਹੋਤ ਆਨੰਦੇ। ਦੀਵਾਨ ਸਜ ਗਿਆ ਗੁਰੂ ਪਿਆਰਿਓ, ਫੌਜਾਂ ਬੜੀਆਂ ਖੁਸ਼ ਹਨ। ਪਹਿਲਾ ਜੰਗ ਸੀ ਜਿਹੜਾ ਸਤਿਗੁਰਾਂ ਦਾ, ਪਹਾੜੀਆਂ ਦੇ ਨਾਲ ਉਹ ਜਿੱਤਿਆ ਗਿਆ। ਸਾਧ ਕਿਰਪਾਲ ਮਹੰਤ ਤਬ ਆਇਓ ਗੁਰ ਬੰਦੇ। ਮਹੰਤ ਕਿਰਪਾਲ ਦਾਸ ਆ ਗਿਆ, ਉਹਨੇ ਆ ਨਮਸਕਾਰ ਕੀਤੇ ਜੀ। ਸਭਾ ਵਿਖੈ ਸਨਮਾਨ ਕਰ ਪ੍ਰਭ ਤਾਹੇ ਬਿਠਾਇਓ। ਸਭਾ ਦੇ ਵਿੱਚ ਉਹਨੂੰ ਵੀ ਬੜਾ ਪਿਆਰ ਦਿੱਤਾ, ਦੂਰੋਂ ਆਵਾਜ਼ ਮਾਰ ਕੇ ਆਓ ਜੀ ਕਿਰਪਾਲ ਦਾਸ ਜੀ। ਸਾਧ ਸਾਧ ਸ੍ਰੀ ਮੁਖ ਕਹਿਓ ਸਾਧੂ ਸੁਖ ਪਾਇਓ। ਸ਼ਾਬਾਸ਼ੇ ਬਾਬਾ ਸ਼ਾਬਾਸ਼ੇ, ਤੂੰ ਵੀ ਧਨ ਹੈ, ਅਸਲੀ ਸਾਧੂ ਤੂੰ ਹੈ, ਸਾਧ ਪੁੜੇ ਦਾ ਸੁੱਖ ਹੀ ਤੂੰ ਪ੍ਰਾਪਤ ਕੀਤਾ ਹੈ। ਬਖਸ਼ਿਸ਼ ਹੀਤ ਵਿਚਾਰ ਕਰ ਜਗ ਮਹਿ ਵਡਿਆਈ। ਜੱਗ ਵਿੱਚ ਜਿਹੜੀਆਂ ਬਖਸ਼ਾਂ ਨੂੰ, ਵਡਿਆਈਆਂ ਨੂੰ ਦੁਨੀਆ ਭਾਲਦੀ ਹੈ। ਅਰਧ ਪਾਰ ਦਸਤਾਰ ਕੋ ਦੇਸੀ ਸੰਬੰਧਾਈ। ਸਤਿਗੁਰਾਂ ਨੇ ਇੱਕ ਅੱਧੀ ਦਸਤਾਰ ਜਿਹੜੀ ਹੈ ਪੀਰ ਆਪਣਾ ਸਾਧੂ ਕਿਰਪਾਲ ਦਾਸ ਦੇ ਸੀਸ ਤੇ ਬਣਵਾਈ ਹੈ। ਉਲਹਾ ਕੇ ਉਪਰ ਬਾਂਦੀ ਦੁੱਤ ਹੋਏ ਗਈ ਦੂਨੀ। ਕਹਿਣ ਲੱਗੇ ਉਸ ਨੂੰ ਫਿਰ ਜਿਹੜੀ ਕੁਲਾ ਰੱਖੀ ਸੀ, ਮੁਸਲਮਾਨ ਫਕੀਰ ਜਿਹੜੇ ਸਿਰ ਤੇ ਕੁਲਾ ਰੱਖਦੇ ਆ, ਕਹਿੰਦੇ ਉਹਦੇ ਉੱਤੋਂ ਦੀ ਇਹ ਪੱਗ ਬਣ ਲਈ ਹੈ, ਬੜੀ ਸੁੰਦਰ ਲੱਗਣ ਲੱਗੀ ਹੈ। ਗਿਆਨ ਸੱਚ ਦਾ ਆਨੰਦ ਮਹਿ ਬ੍ਰਿਤ ਟਿਕੀ ਚਾਉਣੀ। ਔਰ ਇਹਦੇ ਨਾਲ ਹੀ ਸਤਿਗੁਰ ਨੇ ਉਹਦੇ ਵਿੱਚ ਕਿਰਪਾ ਵੀ ਕੀਤੀ ਹੈ, ਉਹਦੀ ਦਿਵ ਦ੍ਰਿਸ਼ਟੀ ਵੀ ਖੋਲ ਦਿੱਤੀ ਹੈ, ਉਹਦਾ ਧਿਆਨ ਵੀ ਜੁੜ ਗਿਆ ਹੈ। ਤਕਮਾ ਇਹ ਤਬ ਪੰਥ ਕੋ ਜਗ ਸਜੈ ਨਿਰਾਲਾ। ਬਾਦਸ਼ਾਹ ਕਹਿੰਦੇ ਤੇਰੇ ਪੰਥ ਵਾਸਤੇ ਇਹ ਮਰਾਤਵੇ ਦਾ ਚਿੰਨ ਹੈ ਕਿ ਸਾਡੇ ਵੱਡੇ ਸਾਧ ਨੇ ਕਿਸੇ ਵੇਲੇ ਜੰਗ ਦੇ ਮੈਦਾਨ 'ਚ ਹਿੱਸਾ ਪਾਇਆ ਸੀ, ਉਦੋਂ ਇਹ ਸਾਨੂੰ ਦਸਤਾਰ ਮਿਲੀ ਸੀ। ਤੇ ਬਹੁਤ ਸਾਰੇ ਮੁਸਲਮਾਨ ਅੱਜ ਵੀ ਕੁਲਹਾ ਸਿਰ ਤੇ ਰੱਖ ਕੇ, ਟੋਪੀ, ਤਿੱਖੀ ਟੋਪੀ ਹੁੰਦੀ ਉਹਨੂੰ ਕੁਲਹਾ ਕਹਿੰਦੇ ਆ, ਸਿਰ ਤੇ ਰੱਖ ਕੇ ਉੱਤੋਂ ਦੀ ਪੱਗ ਬੰਨ੍ਹਦੇ ਹਨ। ਦੋਨੋਂ ਲੋਕ ਸੁਧਾਰ ਦੀਏ ਗੁਰ ਬਖਸ਼ ਵਿਸਾਲਾ। ਇਸ ਤਰ੍ਹਾਂ ਗੁਰੂ ਨੇ ਬਖਸ਼ਿਸ਼ ਕਰਕੇ ਕਿਰਪਾਲ ਦਾਸ ਦੇ ਵੀ ਦੋਨੇ ਲੋਕ ਸੁਧਾਰ ਦਿੱਤੇ ਹਨ। ਨਿਤ ਪ੍ਰਤ ਦੇਗ ਕਰਾਹੇ ਕੀ ਦੀਜੈ ਸੰਗ ਚੇਲੇ। ਔਰ ਹੁਣ ਇੱਥੇ ਰਹਿਣ ਲੱਗਿਆ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਤੇ ਰੋਜ਼ਾਨਾ ਕੜਾ ਪ੍ਰਸ਼ਾਦ ਦੀਆਂ ਦੇਗਾਂ ਸਜਦੀਆਂ, ਚੇਲੀਆਂ ਸਮੇਤ ਉਹ ਵੀ ਛਕਦਾ ਹੈ। ਕਾਰਦਾਰ ਪਰ ਗੁਰ ਹੁਕਮ ਹੋਇਓ ਤਿਸ ਬੇਲੇ। ਕਹਿਣ ਲੱਗੇ ਜਦੋਂ ਤੇਰੇ ਚੇਲੇ ਸਾਡੇ ਕੋਲ ਸੀ, ਰੋਜ਼ ਕੜਾ ਛਕਦੇ ਸੀਗੇ, ਪਰ ਅੱਜ ਜਦੋਂ ਲੋੜ ਪਈ, ਕਾਰਦਾਰ ਜਦੋਂ ਕੰਮ ਪਿਆ ਤੇ ਉਦੋਂ ਜਿਹੜਾ ਹੁਕਮ ਹੋਇਆ,
ਉਹ ਕੇਵਲ ਤੂੰ ਸਮਝਿਆ ਹੈ। ਦਇਆ ਰਾਮ ਪ੍ਰੋਹਤ ਬਲੀ ਕੀਨੋ ਰਣ ਪਾਰੀ। ਖੈਰ ਵਿਚਾਰਾਂ ਅੱਗੇ ਜਾ ਰਹੀਆਂ, ਹੁਣ ਵਿਚਾਰਾਂ ਇੱਥੇ ਰੁਕਦੇ ਆ। ਬੋਲਦਿਆਂ ਅਨੇਕਾਂ ਅੱਖਰ ਵੱਧ ਘੱਟ ਹੋ ਜਾਂਦੇ ਹਨ। ਸਮਾਪਤੀ ਕਰੀਏ ਇੱਥੇ ਹੀ, ਆਖਰੀ ਦੋ ਪੰਕਤੀਆਂ ਪੜ੍ਹਦੇ ਹੋਏ। ਨਿਤ ਪ੍ਰਤਿ ਦੇਗ ਕਰਾਏ ਕੀ ਦੀਜਹਿ ਸੰਗ ਚੇਲੇ। ਕਾਰਦਾਰ ਪਰ ਗੁਰ ਹੁਕਮ ਹੋਇਓ ਤਿਸ ਵੇਲੇ। ਸਤਿਗੁਰੂ ਪਾਤਸ਼ਾਹ ਜੀ ਨੇ ਅਹਿਲਕਾਰ ਨੂੰ, ਆਪਣੇ ਸੇਵਕ ਨੂੰ ਹੁਕਮ ਦਿੱਤਾ ਕਿ ਬਈ ਗੁਰੂ ਘਰ ਦੇ ਵਿੱਚੋਂ ਇਹਨਾਂ ਉਦਾਸੀਆਂ ਨੂੰ ਰੋਜ਼ ਕੜਾ ਮਿਲਣਾ ਚਾਹੀਦਾ ਹੈ। ਇਹ ਵਿਚਾਰਾਂ ਇੱਥੇ ਰੋਕਦੇ ਆ। ਬੋਲਦੇ ਅਨੇਕਾਂ ਅੱਖਰ ਵੱਧ ਘੱਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ। ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ। ਹੇ ਸੰਤ ਕੈ ਸਦਾ ਸੰਗ ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸਰੋ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਏਕ ਓੰਕਾਰਾ ਸਤਿਗੁਰੂ ਇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ।